ਤੁਸੀਂ ਕੀ ਕਹਿੰਦੇ ਹੋ ਕਿ ਮੌਜੂਦਾ ਸਿਸਟਮ ਜਿਹੜਾ ਹੈ ਆੜ੍ਹਤੀਆਂ ਵਾਲੇ ਚੱਲਦੇ ਰਹਿਣਾ ਚਾਹੀਦਾ ਜਾਂ ਸਿੱਧੀ ਅਦਾਇਗੀ ਵਧੀਆ? ਤੁਸੀਂ ਕਿਸਾਨ ਹੋ ਇੱਕ। ਜੀ ਨਹੀਂ, ਇਹ ਆੜਤੀ ਥਰੂ ਹੀ ਸਾਰਾ ਸਿਸਟਮ ਚੱਲਣਾ ਚਾਹੀਦਾ। ਸਾਨੂੰ ਅੱਧੀ ਰਾਤ ਨੂੰ ਵੀ ਪੈਸੇ ਦੀ ਜ਼ਰੂਰਤ ਪੈਂਦੀ ਹੈ, ਅਦਰਵਾਈਜ਼ ਨਹੀਂ ਤਾਂ ਅਸੀਂ ਫੋਨ ਕਰਦੇ ਇਹਨਾਂ ਨੂੰ ਤੇ ਇਹ ਪੈਸੇ ਸਾਡੇ ਘਰ ਲੈ ਕੇ ਆ ਜਾਂਦੇ ਆ। ਅਗਰ ਕੋਈ ਕੇਸ ਹਸਪੀਟਲ ਦਾ ਸਾਨੂੰ ਪੈ ਗਿਆ ਤਾਂ ਪੈਸੇ ਲੈ ਕੇ ਹਸਪੀਟਲ 'ਚ ਆੜਤੀ ਪਹੁੰਚ ਜਾਂਦੇ ਆ ਸਾਡੇ ਪਿੱਛੇ, ਇੰਨੀ ਮਦਦ ਕਰਦੇ ਆ। ਆੜਤੀਆ ਹੀ ਸਿਸਟਮ ਇਹ ਸਾਨੂੰ ਲਾਗੂ ਹੈ। ਆੜਤੀਆ ਕਿਸਾਨ ਦਾ ਇੱਕ ATM ਹੈ ਤੇ ਆੜਤੀ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਪਟਵਾਰੀ ਦੀ ਜਿਹੜੀ ਵੈਕੈਂਸੀ ਪੂਰੀ ਕੀਤੀ ਜਾਵੇ। ਪਟਵਾਰੀ ਬਹਿਣਗੇ ਉੱਥੇ ਤਹਿਸੀਲ ਦੇ ਵਿੱਚ ਤਾਂ ਫਰਦੀਆਂ ਪੂਰੀਆਂ ਕੰਪਲੀਟ ਹੋਣਗੀਆਂ। ਸਭ ਤੋਂ ਵੱਡੀ ਸਰਕਾਰ ਦੀ ਕਮੀ ਹੈ, ਪਟਵਾਰੀਆਂ ਦੀ ਭਰਤੀ ਪੂਰੀ ਕੀਤੀ ਜਾਵੇ ਜੋ ਕਿ ਮੌਕੇ ਸਿਰ ਸਾਰੇ ਕੰਮ ਹੋਣ। ਹੁਣ ਇਸ ਟਾਈਮ ਵੀ ਪਟਵਾਰੀ ਬਹੁਤ ਜ਼ਿਆਦਾ ਘੱਟ ਨੇ, ਪਟਵਾਰੀਆਂ ਦੀ ਤੁਰੰਤ ਭਰਤੀ ਕੀਤੀ ਜਾਵੇ। ਪਿੱਛੇ ਪਟਵਾਰੀ ਧਰਨਾ ਵੀ ਦੇ ਰਹੇ ਨੇ ਬਹੁਤ ਵੱਡੀ ਪੱਧਰ ਤੇ। ਪਟਵਾਰੀ ਜਿੱਥੇ 40 ਪਟਵਾਰੀ ਇੱਕ ਤਹਿਸੀਲ 'ਚ ਚਾਹੀਦੇ ਨੇ ਉੱਥੇ 9 ਪਟਵਾਰੀ ਕੰਮ ਕਰ ਰਹੇ ਆ। ਕਿਸਾਨੀ ਮਸਲੇ ਦਾ ਹੱਲ ਕੀ ਨਿਕਲੂਗਾ? ਕਿਉਂਕਿ 70% ਕਿਸਾਨ 5 ਏਕੜ ਤੋਂ ਘੱਟ ਵਾਲਾ ਕਿਸਾਨ ਹੈ। ਇਸ ਕਰਕੇ ਉਹਨਾਂ ਦੀ ਆਰਥਿਕਤਾ ਕਿਸ ਤਰ੍ਹਾਂ ਬਿਹਤਰ ਹੋਊਗੀ? ਖੁਦਕੁਸ਼ੀਆਂ ਕਿਵੇਂ ਬੰਦ ਹੋਣਗੀਆਂ? ਕਿਹੋ ਜੀ ਖੇਤੀ ਪਾਲਿਸੀ ਦੀ ਤੁਸੀਂ ਮੰਗ ਕਰਦੇ ਹੋ? ਜੀ, ਮੈਂ ਦਿੱਲੀ ਨਿਯੁਕਤ ਮੋਰਚੇ ਵਿੱਚ ਵੀ ਮੰਗ ਕੀਤੀ ਸੀ ਭਾਰਤੀ ਕਿਸਾਨ ਯੂਨੀਅਨ ਤੋਂ ਕਿ ਸਾਡੇ ਪੰਜਾਬ ਦੇ ਵਿੱਚ ਖਸਖਾਸ ਦੀ ਖੇਤੀ ਲਾਗੂ ਕੀਤੀ ਜਾਵੇ ਜੋ ਕਿ ਸਾਡੇ ਪੰਜਾਬ ਦੇ ਨੌਜਵਾਨ ਮਾੜਾ ਨਸ਼ਾ ਕਰਦੇ ਆ। ਪਹਿਲੇ ਨੰਬਰ ਤੇ ਸਾਡੀ ਜਵਾਨੀ, ਦੂਜੇ ਨੰਬਰ ਤੇ ਸਾਡੀ ਕਿਸਾਨੀ ਖੁਸ਼ਹਾਲ ਹੋ ਸਕਦੀ ਹੈ। ਸਾਡਾ ਵਾਟਰ ਲੈਵਲ ਪੰਜਾਬ ਦਾ ਉੱਤੇ ਆ ਸਕਦਾ ਹੈ, ਸਾਡਾ ਪਾਣੀ ਦਾ ਬਚਾਅ ਹੋ ਸਕਦਾ ਹੈ। ਝੋਨੇ ਦੀ ਫਸਲ ਨੂੰ ਛੱਡ ਕੇ, ਕਣਕ ਦੀ ਫਸਲ ਨੂੰ ਛੱਡ ਕੇ ਛੋਟੇ ਕਿਸਾਨਾਂ ਨੂੰ ਉੱਪਰ ਚੱਕਣ ਵਾਸਤੇ ਖਸਖਾਸ ਦੀ ਖੇਤੀ, ਉਹਨਾਂ ਨੂੰ ਪਰਮਿਟ ਜਾਂ ਲਾਇਸੈਂਸ ਦਿੱਤਾ ਜਾਵੇ ਗੌਰਮੈਂਟ ਦਾ। ਤੇ ਇਹ ਮੈਂ ਸਰਕਾਰ ਤੱਕ ਆਵਾਜ਼ ਪਹੁੰਚਾਉਣੀ ਚਾਹੁੰਦਾ, CM ਸਾਹਿਬ ਤੱਕ। ਇਹ ਉਹਨਾਂ ਨੂੰ ਆ ਕਣਕ ਬਿਜਾਈ ਤੋਂ ਪਹਿਲਾਂ ਹੁਕਮ ਜਾਰੀ ਕਰ ਦੇਣ ਤੇ ਅਸੀਂ ਤਹਿ ਦਿਲੋਂ ਦਾ ਧੰਨਵਾਦ ਕਰਾਂਗੇ। ਪਰ ਇਹਦੇ ਨਾਲ ਤਾਂ ਸਿੰਥੈਟਿਕ ਨਸ਼ਿਆਂ ਤੋਂ ਨਿਕਲ ਕੇ ਜਵਾਨੀ ਜਿਹੜੀ ਆ ਅਫੀਮ ਭੁੱਕੀ ਦੇ ਨਸ਼ਿਆਂ ਤੇ ਲੱਗ ਜੂਗੀ। ਰਹੇ ਤਾਂ ਨਸ਼ੇੜੀ ਤੇ ਨਸ਼ੇੜੀ ਨਾ। ਬਿਲਕੁਲ ਨਹੀਂ, ਉਹ ਨਸ਼ੇ ਦੇ ਵਿੱਚ ਫਰਕ ਬਹੁਤ ਜ਼ਿਆਦਾ ਹੈ। ਕੋਈ ਨਸ਼ਾ ਨਹੀਂ ਨਾ ਖਾਏਗਾ ਜੋ ਸ਼ਰੇਆਮ ਵਿਕੇਗਾ। ਇਹਦੇ ਸਾਡੇ ਸ਼ਹਿਰ ਦੀ ਦੁਕਾਨ ਬਣਨੀ ਚਾਹੀਦੀ, ਜੋ ਕਰਿਆਨੇ ਦੀ ਦੁਕਾਨ ਹੁੰਦੀ ਹੈ ਉੱਥੋਂ ਜਿਵੇਂ ਸ਼ਰਾਬ ਦੇ ਠੇਕੇ ਆ, ਹਰ ਸ਼ਹਿਰ ਦੇ ਵਿੱਚ ਹਰ ਤਹਿਸੀਲ ਦੇ ਵਿੱਚ ਠੇਕੇ ਬਣਨੇ ਚਾਹੀਦੇ ਆ। ਉਹ ਉਹਨਾਂ ਨੂੰ ਲਾਇਸੈਂਸ ਮਿਲਣਾ ਚਾਹੀਦਾ ਕਿ ਇਹ ਨਸ਼ਾ ਆਮ ਵੇਚ ਸਕਦੇ। ਜਿਵੇਂ ਚਾਹ ਪੱਤੀ ਲੈਂਦੇ ਆਪਾਂ, ਖੰਡ ਲੈਂਦੇ ਆ, ਇਹਦੀ ਕੋਈ ਪਕੜ ਨਹੀਂ ਹੋਣੀ ਚਾਹੀਦੀ। ਆਪੇ ਜਿੰਨੀਆਂ ਇਹ ਨਸ਼ੇ ਪਾਉਂਦੇ ਆ, ਜਵਾਨਾਂ ਮੁੰਡਿਆਂ ਦੇ, ਪੁਲਿਸ ਵਾਲੇ ਪਾਉਂਦੇ, ਪ੍ਰਸ਼ਾਸਨ ਪਾਉਂਦਾ, ਇਹ ਸਾਰੇ ਬੰਦ ਹੋ ਜਾਣਗੇ। ਸਬਜ਼ੀਆਂ ਤੇ MSP ਮਿਲ ਕੇ ਹੋਵੇ ਤਾਂ ਉਸ ਤਰੀਕੇ ਨਾਲ ਕਿਸਾਨੀ ਨੂੰ ਕੋਆਪਰੇਟਿਵ ਦੇ ਜ਼ਰੀਏ ਬਾਹਰ ਨਹੀਂ ਕੱਢਿਆ ਜਾ ਸਕਦਾ ਆਰਥਿਕ ਤੌਰ ਤੇ। ਇਹ ਦੋਵੇਂ ਤਰੀਕੇ ਆ ਜੀ। ਇਹ ਵੀ ਤਰੀਕਾ ਠੀਕ ਹੈ, ਸਬਜ਼ੀਆਂ ਦਾ MSP ਸਬਜ਼ੀਆਂ ਤੇ ਵੀ ਦਿੱਤੀ ਜਾਵੇ, ਹਰੇਕ ਚੀਜ਼ ਤੇ ਮੱਕੀ ਦੇ ਉੱਤੇ ਦਿੱਤੀ ਜਾਵੇ, ਸਰੋਂ ਦੇ ਉੱਤੇ ਫਿਕਸ ਕੀਤੀ ਜਾਵੇ, ਇਹ ਵੀ ਠੀਕ ਆ। ਪਰ ਥੋੜੀ ਜਿਹੜੀ ਖੇਤੀ ਹੈ ਨਾ ਖਸਖਾਸ ਦੀ, ਇਹ ਵੀ ਜ਼ਰੂਰੀ ਹੈ ਕਿਉਂਕਿ ਜਿੱਦਾਂ ਮਹਾਰਾਸ਼ਟਰ 'ਚ ਹੁੰਦੀ ਹੈ, ਗੁਜਰਾਤ 'ਚ, ਰਾਜਸਥਾਨ 'ਚ ਹੁੰਦੀ ਹੈ, ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ, ਛੋਟੇ ਕਿਸਾਨਾਂ ਵਾਸਤੇ ਛੋਟੇ ਲਾਇਸੈਂਸ ਦਿੱਤੇ ਜਾਣ ਜੋ ਗੌਰਮੈਂਟ ਉਹਨਾਂ ਨਾਲ ਕਨੈਕਟ ਕਰੇ, ਉੱਥੋਂ ਸਾਰਾ ਮਾਲ ਚੱਕੇ। ਠੀਕ ਹੈ ਜੀ। ਤੇ ਛੋਟੇ ਜਿੱਦਾਂ ਦਾਰੂ ਦੇ ਠੇਕੇ ਆ, ਸਾਡੇ ਪੰਜਾਬ 'ਚ ਵੀ ਮਾੜੇ ਫੀਮ ਭੁੱਕੀ ਦੇ ਠੇਕੇ ਜ਼ਰੂਰ ਬਣਨ। ਤੁਸੀਂ ਕੀ ਕਹਿੰਦੇ ਹੋ ਕਿ ਮੌਜੂਦਾ ਸਿਸਟਮ ਜਿਹੜਾ ਹੈ ਆੜ੍ਹਤੀਆਂ ਵਾਲੇ ਚੱਲਦੇ ਰਹਿਣਾ ਚਾਹੀਦਾ ਜਾਂ ਸਿੱਧੀ ਅਦਾਇਗੀ ਵਧੀਆ? ਤੁਸੀਂ ਕਿਸਾਨ ਹੋ ਇੱਕ। ਜੀ ਨਹੀਂ, ਇਹ ਆੜਤੀ ਥਰੂ ਹੀ ਸਾਰਾ ਸਿਸਟਮ ਚੱਲਣਾ ਚਾਹੀਦਾ। ਸਾਨੂੰ ਅੱਧੀ ਰਾਤ ਨੂੰ ਵੀ ਪੈਸੇ ਦੀ ਜ਼ਰੂਰਤ ਪੈਂਦੀ ਹੈ, ਅਦਰਵਾਈਜ਼ ਨਹੀਂ ਤਾਂ ਅਸੀਂ ਫੋਨ ਕਰਦੇ ਇਹਨਾਂ ਨੂੰ ਤੇ ਇਹ ਪੈਸੇ ਸਾਡੇ ਘਰ ਲੈ ਕੇ ਆ ਜਾਂਦੇ ਆ। ਅਗਰ ਕੋਈ ਕੇਸ ਹਸਪੀਟਲ ਦਾ ਸਾਨੂੰ ਪੈ ਗਿਆ ਤਾਂ ਪੈਸੇ ਲੈ ਕੇ ਹਸਪੀਟਲ 'ਚ ਆੜਤੀ ਪਹੁੰਚ ਜਾਂਦੇ ਆ ਸਾਡੇ ਪਿੱਛੇ, ਇੰਨੀ ਮਦਦ ਕਰਦੇ ਆ। ਆੜਤੀਆ ਹੀ ਸਿਸਟਮ ਇਹ ਸਾਨੂੰ ਲਾਗੂ ਹੈ। ਆੜਤੀਆ ਕਿਸਾਨ ਦਾ ਇੱਕ ATM ਹੈ ਤੇ ਆੜਤੀ ਹੋਣਾ ਚਾਹੀਦਾ। ਪਰ ਸਰਕਾਰ ਤਾਂ ਕਹਿੰਦੀ ਹੈ ਕਿ ਆੜ੍ਹਤੀਏ ਲੁੱਟ ਕਰਦੇ ਆ ਕਿਸਾਨਾਂ ਦੀ। ਹੁਣ ਜੇ ਸਿੱਧੇ ਪੈਸੇ ਉਹਨਾਂ ਦੇ ਖਾਤਿਆਂ 'ਚ ਆਉਣਗੇ ਤਾਂ ਉਹਨਾਂ ਦੀ ਲੁੱਟ ਉਹ ਬੰਦ ਹੋ ਜਾਊਗੀ, ਸਿੱਧੇ ਪੈਸੇ ਖਾਤਿਆਂ 'ਚ ਆਇਆ ਕਰਨਗੇ, ਕਿਸਾਨ ਜਿਹੜਾ ਖੁਸ਼ਹਾਲ ਹੋ ਜਾਊਗਾ ਇਹਦੇ ਨਾਲ। ਜੀ ਨਹੀਂ, ਖੁਸ਼ਹਾਲ ਨਹੀਂ ਹੋਏਗਾ। ਜਿੱਦਾਂ ਸਾਨੂੰ ਸਿੱਧੇ ਪੈਸੇ ਆਉਣੇ ਆ, ਸਾਨੂੰ ਅੱਧੀ ਰਾਤ ਨੂੰ ਜ਼ਰੂਰਤ ਪੈਸਿਆਂ ਦੀ ਪੈ ਜਾਂਦੀ ਹੈ। ਸਿੱਧੇ ਪੈਸੇ ਮੰਨ ਲਓ ਆ ਗਏ ਆ, ਸਾਨੂੰ ਅਦਰਵਾਈਜ਼ ਹੋਰ ਵੀ ਕਈ ਐਡਵਾਂਸ ਵੀ ਚਾਹੀਦੇ ਹੁੰਦੇ ਆ। ਸਾਨੂੰ ਐਡਵਾਂਸ ਪੈਸੇ ਚਾਹੀਦੇ ਹੁੰਦੇ ਆ, ਉਹ ਸਾਨੂੰ ਸਰਕਾਰ ਤਾਂ ਦੇਗੀ ਨਹੀਂ। ਇੱਕ ਜਦੋਂ ਅਸੀਂ ਝੋਨੇ ਦੀ ਫਸਲ ਦਿੱਤੀ ਹੈ ਤਾਂ ਸਾਨੂੰ ਐਡਵਾਂਸ ਪੈਸੇ ਲੋੜ ਪੈ ਗਈ, ਵੀ ਲੜਕੀ ਦੀ ਮੈਰਿਜ ਹੈ ਜਾਂ ਕੋਈ ਹੋਰ ਹਸਪੀਟਲ ਦਾ ਕੇਸ ਪੈ ਗਿਆ, ਐਡਵਾਂਸ ਪੈਸੇ ਦੀ ਲੋੜ ਹੈ। ਸਰਕਾਰ ਤਾਂ ਸਾਨੂੰ ਐਡਵਾਂਸ ਪੈਸੇ ਦੇਗੀ ਨਹੀਂ, ਆੜਤੀਆ ਸਾਨੂੰ ਐਡਵਾਂਸ ਪੈਸੇ ਦੇ ਸਕਦਾ। ਆੜਤੀ ਕੋਲ ਫਸਲ ਜਾਊਗੀ, ਉਹ ਐਡਵਾਂਸ ਪੈਸੇ ਸਾਡੇ ਕੱਟ ਲੂਗਾ। ਸਾਡਾ ਆੜਤੀਆ ਇੱਕ ATM ਹੈ, ਇਹੀ ਸਿਸਟਮ ਚੱਲਣਾ ਚਾਹੀਦਾ। ਪਰ ਹੁਣ ਮੌਜੂਦਾ ਸਮੇਂ ਦੇ ਵਿੱਚ ਸਾਉਣੀ ਦੀ ਫਸਲ ਸਮੇਂ ਜਿਹੜਾ ਆਊਗਾ ਸਿਸਟਮ ਕਿ ਫਰਦਾਂ ਅਪਲੋਡ ਕੀਤੀਆਂ ਜਾਣੀਆਂ ਨੇ ਤੇ ਉਹ ਫਰਦਾਂ ਅਪਲੋਡ ਕਰਨ ਦਾ ਕੰਮ ਹਲੇ ਚੱਲਿਆ ਨਹੀਂ। ਨਾਲੋਂ ਨਾਲ ਪੰਜਾਬ NRI ਬੈਲਟ ਵੀ ਹੈ, ਬਹੁਤ ਸਾਰੇ ਲੋਕ ਆਪਣੀਆਂ ਜ਼ਮੀਨਾਂ ਠੇਕੇ ਤੇ ਦਿੰਦੇ ਨੇ।
ਤਾਂ ਉਹ ਪਰੇਸ਼ਾਨੀਆਂ ਜਿਹੜੀਆਂ ਆਉਣਗੀਆਂ, ਤੁਸੀਂ ਕਿਹੜੀਆਂ ਪਰੇਸ਼ਾਨੀਆਂ ਦੇਖਦੇ ਹੋ ਕਿ ਫਰਦਾਂ ਪੂਰੀ ਤਰ੍ਹਾਂ ਅਪਲੋਡ ਨਹੀਂ ਕੀਤੀਆਂ, ਤਿਆਰੀ ਨਹੀਂ ਹੈਗੀ? ਹਾਮੀ ਪੰਜਾਬ ਸਰਕਾਰ ਦੇ ਮੰਤਰੀ 6 ਮਹੀਨੇ ਪਹਿਲਾਂ ਭਰ ਕੇ ਆਏ ਆ ਕਿ ਇਹਦੇ ਬਾਅਦ ਸਿੱਧੀ ਅਦਾਇਗੀ ਜਿਹੜੀ ਹੈ ਫਰਦਾਂ ਅਪਲੋਡ ਕਰਕੇ ਉਹ ਮੁਹੱਈਆ ਕਰਵਾਈ ਜਾਊਗੀ ਕਿਸਾਨਾਂ ਨੂੰ। ਜੀ ਹਾਂ, ਮੈਂ ਖੁਦ ਲੰਬੜਦਾਰ ਹਾਂ। ਸਭ ਤੋਂ ਪਹਿਲਾਂ ਤਾਂ ਪਟਵਾਰੀ ਦੀ ਜਿਹੜੀ ਵੈਕੈਂਸੀ ਪੂਰੀ ਕੀਤੀ ਜਾਵੇ। ਪਟਵਾਰੀ ਬਹਿਣਗੇ ਉੱਥੇ ਤਹਿਸੀਲ ਦੇ ਵਿੱਚ ਤਾਂ ਫਰਦੀਆਂ ਪੂਰੀਆਂ ਕੰਪਲੀਟ ਹੋਣਗੀਆਂ। ਸਭ ਤੋਂ ਵੱਡੀ ਸਰਕਾਰ ਦੀ ਕਮੀ ਹੈ, ਪਟਵਾਰੀਆਂ ਦੀ ਭਰਤੀ ਪੂਰੀ ਕੀਤੀ ਜਾਵੇ ਜੋ ਕਿ ਮੌਕੇ ਸਿਰ ਸਾਰੇ ਕੰਮ ਹੋਣ। ਹੁਣ ਇਸ ਟਾਈਮ ਵੀ ਪਟਵਾਰੀ ਬਹੁਤ ਜ਼ਿਆਦਾ ਘੱਟ ਨੇ, ਪਟਵਾਰੀ ਦੀ ਤੁਰੰਤ ਭਰਤੀ ਕੀਤੀ ਜਾਵੇ। ਪਿੱਛੇ ਪਟਵਾਰੀ ਧਰਨਾ ਵੀ ਦੇ ਰਹੇ ਨੇ ਬਹੁਤ ਵੱਡੀ ਪੱਧਰ ਤੇ। ਪਟਵਾਰੀ ਜਿੱਥੇ 40 ਪਟਵਾਰੀ ਇੱਕ ਤਹਿਸੀਲ 'ਚ ਚਾਹੀਦੇ ਨੇ, ਉੱਥੇ 9 ਪਟਵਾਰੀ ਕੰਮ ਕਰ ਰਹੇ ਆ। ਜਿੱਥੇ 40 ਬੰਦਿਆਂ ਨੇ ਕੰਮ ਕਰਨਾ, 9 ਪਟਵਾਰੀ ਕੰਮ ਕਰ ਸਕਣਗੇ? ਇਹ ਤੁਸੀਂ ਦੱਸੋ। ਮੇਰੀ ਸਰਕਾਰ ਅੱਗੇ ਅਪੀਲ ਹੈ, ਸਭ ਤੋਂ ਪਹਿਲਾਂ ਪਟਵਾਰੀਆਂ ਦੀ ਭਰਤੀ ਜਿਹਨਾਂ ਫਰਦਾਂ ਦਾ ਕੰਮ ਕਰਨਾ ਹੈਗਾ, ਜ਼ਮੀਨ ਤਕਸੀਮ ਕਰਨੀ ਹੈਗੀ ਆ, ਕਾਨੂੰਨ ਕੋ ਪਟਵਾਰੀ, ਇਹਨਾਂ ਦੀ ਤੁਰੰਤ ਭਰਤੀ ਲਾਗੂ ਕੀਤੀ ਜਾਵੇ। ਮੈਂ ਲੰਬੜਦਾਰ ਦੇ ਨਾਤੇ ਕੈਪਟਨ ਸਾਹਿਬ ਤੱਕ ਆਵਾਜ਼ ਪਹੁੰਚਾਉਣੀ ਚਾਹੁੰਦਾ ਹਾਂਗਾ। ਪਹਿਲੇ ਨੰਬਰ ਤੇ ਪਟਵਾਰੀਆਂ ਦੀ ਭਰਤੀ ਪੂਰੀ ਕਰਕੇ ਤਾਂ ਹੀ ਕੰਮ ਹੋ ਸਕਦਾ। 3 ਖੇਤੀ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵੀ ਕਿਸਾਨ ਖੁਦਕੁਸ਼ੀਆਂ ਕਰਦੇ ਸੀਗੇ, ਕਰਜ਼ੇ ਦੀ ਮਾਰ ਸੀਗੀ। 3 ਕਾਨੂੰਨ ਰੱਦ ਹੋ ਜਾਣਗੇ, ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਪਰ ਕਿਸਾਨੀ ਮਸਲੇ ਦਾ ਹੱਲ ਕੀ ਨਿਕਲੂਗਾ? ਕਿਉਂਕਿ 70% ਕਿਸਾਨ 5 ਏਕੜ ਤੋਂ ਘੱਟ ਵਾਲਾ ਕਿਸਾਨ ਹੈ। ਇਸ ਕਰਕੇ ਉਹਨਾਂ ਦੀ ਆਰਥਿਕਤਾ ਕਿਸ ਤਰ੍ਹਾਂ ਬਿਹਤਰ ਹੋਊਗੀ? ਖੁਦਕੁਸ਼ੀਆਂ ਕਿਵੇਂ ਬੰਦ ਹੋਣਗੀਆਂ? ਕਿਹੋ ਜੀ ਖੇਤੀ ਪਾਲਿਸੀ ਦੀ ਤੁਸੀਂ ਮੰਗ ਕਰਦੇ ਹੋ? ਜੀ, ਮੈਂ ਦਿੱਲੀ ਨਿਯੁਕਤ ਮੋਰਚੇ ਵਿੱਚ ਵੀ ਮੰਗ ਕੀਤੀ ਸੀ ਭਾਰਤੀ ਕਿਸਾਨ ਯੂਨੀਅਨ ਤੋਂ ਕਿ ਸਾਡੇ ਪੰਜਾਬ ਦੇ ਵਿੱਚ ਖਸਖਾਸ ਦੀ ਖੇਤੀ ਲਾਗੂ ਕੀਤੀ ਜਾਵੇ ਜੋ ਕਿ ਸਾਡੇ ਪੰਜਾਬ ਦੇ ਨੌਜਵਾਨ ਮਾੜਾ ਨਸ਼ਾ ਕਰਦੇ ਆ। ਪਹਿਲੇ ਨੰਬਰ ਤੇ ਸਾਡੀ ਜਵਾਨੀ, ਦੂਜੇ ਨੰਬਰ ਤੇ ਸਾਡੀ ਕਿਸਾਨੀ ਖੁਸ਼ਹਾਲ ਹੋ ਸਕਦੀ ਹੈ। ਸਾਡਾ ਵਾਟਰ ਲੈਵਲ ਪੰਜਾਬ ਦਾ ਉੱਤੇ ਆ ਸਕਦਾ ਹੈ, ਸਾਡਾ ਪਾਣੀ ਦਾ ਬਚਾਅ ਹੋ ਸਕਦਾ ਹੈ। ਝੋਨੇ ਦੀ ਫਸਲ ਨੂੰ ਛੱਡ ਕੇ, ਕਣਕ ਦੀ ਫਸਲ ਨੂੰ ਛੱਡ ਕੇ ਛੋਟੇ ਕਿਸਾਨਾਂ ਨੂੰ ਉੱਪਰ ਚੱਕਣ ਵਾਸਤੇ ਖਸਖਾਸ ਦੀ ਖੇਤੀ, ਉਹਨਾਂ ਨੂੰ ਪਰਮਿਟ ਜਾਂ ਲਾਇਸੈਂਸ ਦਿੱਤਾ ਜਾਵੇ ਗੌਰਮੈਂਟ ਦਾ। ਤੇ ਇਹ ਮੈਂ ਸਰਕਾਰ ਤੱਕ ਆਵਾਜ਼ ਪਹੁੰਚਾਉਣੀ ਚਾਹੁੰਦਾ, ਸੀਐਮ ਸਾਹਿਬ ਤੱਕ। ਇਹ ਉਹਨਾਂ ਨੂੰ ਆ ਕਣਕ ਬਿਜਾਈ ਤੋਂ ਪਹਿਲਾਂ ਹੁਕਮ ਜਾਰੀ ਕਰ ਦੇਣ ਤੇ ਅਸੀਂ ਤਹਿ ਦਿਲੋਂ ਦਾ ਧੰਨਵਾਦ ਕਰਾਂਗੇ। ਪਰ ਸੈਂਟਰ ਗਵਰਨਮੈਂਟ ਇਹ ਗੱਲ ਕਹਿੰਦੀ ਹੈ ਕਿ ਸਾਡੇ ਕੋਲੇ ਸਟਾਕ ਪਹਿਲਾਂ ਹੀ ਬਹੁਤ ਪਿਆ, ਫੀਮ ਦਾ ਸਟਾਕ ਵੀ ਬਹੁਤ ਪਿਆ ਸਰਕਾਰ ਕੋਲੇ। ਜੇ ਹੋਰ ਪਰਮਿਟ ਦਿੱਤੇ ਜਾਣਗੇ, ਬੀਜੀ ਜਾਊਗੀ, ਤਾਂ ਉਹਦੇ ਨਾਲ ਕੋਈ ਕਿਸਾਨਾਂ ਨੂੰ ਫਾਇਦਾ ਨਹੀਂ ਹੋਣਾ, ਕਿਉਂਕਿ ਖਰੀਦਦਾਰ ਜਿਹੜਾ ਉਹ ਫੇਰ ਨਹੀਂ ਮਿਲਣਾ। ਤੇ ਜੇ ਖਰੀਦਦਾਰ ਨਹੀਂ ਮਿਲੂਗਾ ਤਾਂ ਸਮਾਜ ਦੇ ਵਿੱਚ ਨਸ਼ਾ ਜਿਹੜਾ ਫੈਲੂਗਾ, ਫੀਮ ਭੁੱਕੀ ਰਵਾਇਤੀ ਨਸ਼ਿਆਂ ਤੇ ਨੌਜਵਾਨ ਲੱਗਣਗੇ। ਸਭ ਤੋਂ ਵੱਡਾ ਤੇ ਮੈਂ ਕਹਿਣੀ ਚਾਹੁੰਦਾ ਹਾਂ, ਦੇਖੋ 16 ਕਿਲੋ ਹੀਰੋਇਨ ਫੜੀ ਗਈ ਅੰਮ੍ਰਿਤਸਰ ਜਾਂ ਫਿਰੋਜ਼ਪੁਰ, ਇੰਨੇ ਕਰੋੜ ਦੀ ਫੜੀ ਗਈ। ਨਸ਼ਾ, ਮਾੜਾ ਨਸ਼ਾ ਸਾਡੇ ਪੰਜਾਬ 'ਚ ਚੱਲ ਰਿਹਾ। ਸਾਡੇ ਪੰਜਾਬ ਦੀ ਜੇ ਜਵਾਨੀ ਬਚਾਉਣੀ ਹੈ, ਮੈਂ ਲੀਡਰਾਂ ਸਮਾਨ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ, ਉਹ ਮੇਰੇ ਪੰਜਾਬ ਦੇ, ਹਿੰਦੁਸਤਾਨ ਦੇ ਲੀਡਰੋ, ਪੰਜਾਬ ਦੇ ਵਿੱਚ ਖੇਤੀ ਇਹਦੀ ਕੀਤੀ ਜਾਵੇ ਖਸਖਾਸ ਦੀ, ਜੋ ਸਾਡੇ ਜਵਾਨੀ ਪੰਜਾਬ ਦੀ ਬਚ ਸਕੇ। ਮਾੜੇ ਨਸ਼ੇ ਤੇ ਲੋਕ ਇਹਨਾਂ ਲਾਏ ਹੋਏ ਆ, ਚਿੱਟੇ ਤੇ, ਸਮੈਕ ਤੇ, ਹੋਰ ਨਸ਼ੇ ਜਿਹੜੇ ਲੱਗੇ ਹੋਏ ਆ, ਹੀਰੋਇਨ ਤੇ, ਇਹ ਮਾੜੇ ਨਸ਼ੇ ਆ। ਇਹ ਖਾ ਕੇ ਕੋਈ ਕੰਮ ਨਹੀਂ ਕਰ ਸਕਦਾ। ਜਿਹੜੀ ਫੀਮ ਹੈ ਭੁੱਕੀ, ਜਿਹੜਾ ਖਾਂਦਾ ਹੈ ਭੁੱਕੀ, ਜਾਂਦਾ ਕੰਮ ਨੂੰ ਚੁੱਕੀ। ਠੀਕ ਨਹੀਂ ਗਾ? ਇਸ ਕਰਕੇ ਮੈਂ ਸਾਰੇ ਲੀਡਰਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ, ਸ਼੍ਰੋਮਣੀ ਅਕਾਲੀ ਦਲ ਅੱਗੇ, ਕਾਂਗਰਸ ਅੱਗੇ, ਵਾਜਪਾਈ ਅੱਗੇ, ਸਾਡੇ ਪੰਜਾਬ ਦੇ ਵਿੱਚ ਤੁਰੰਤ ਫੀਮ ਦੀ ਖੇਤੀ ਐਸੀ ਇਹ ਕਣਕ ਦੇ ਸੀਜ਼ਨ ਤੋਂ ਬਚਾਈ ਕਰਵਾਈ ਜਾਵੇ ਜੋ ਸਾਡੇ ਪੰਜਾਬ ਦੇ ਕਿਸਾਨ ਖੁਸ਼ਹਾਲ ਹੋ ਸਕਣ। ਪਰ ਇਹਦੇ ਨਾਲ ਤਾਂ ਸਿੰਥੈਟਿਕ ਨਸ਼ਿਆਂ ਤੋਂ ਨਿਕਲ ਕੇ ਜਵਾਨੀ ਜਿਹੜੀ ਆ ਉਹ ਫੀਮ ਭੁੱਕੀ ਦੇ ਨਸ਼ਿਆਂ ਤੇ ਲੱਗ ਜੂਗੀ। ਰਹੇ ਤਾਂ ਨਸ਼ੇੜੀ ਤੇ ਨਸ਼ੇੜੀ ਨਾ। ਬਿਲਕੁਲ ਨਹੀਂ। ਉਹ ਨਸ਼ੇ ਦੇ ਉਹ ਨਸ਼ੇ ਦੇ ਵਿੱਚ ਫਰਕ ਬਹੁਤ ਜ਼ਿਆਦਾ ਹੈ। ਕੋਈ ਨਸ਼ਾ ਨਹੀਂ ਨਾ ਖਾਏਗਾ ਜੋ ਸ਼ਰੇਆਮ ਵਿਕੇਗਾ। ਇਹਦੇ ਸਾਡੇ ਸ਼ਹਿਰ ਦੀ ਦੁਕਾਨ ਬਣਨੀ ਚਾਹੀਦੀ, ਜੋ ਕਰਿਆਨੇ ਦੀ ਦੁਕਾਨ ਹੁੰਦੀ ਹੈ, ਉੱਥੋਂ ਜਿਵੇਂ ਸ਼ਰਾਬ ਦੇ ਠੇਕੇ ਆ, ਹਰ ਸ਼ਹਿਰ ਦੇ ਵਿੱਚ, ਹਰ ਤਹਿਸੀਲ ਦੇ ਵਿੱਚ ਠੇਕੇ ਬਣਨੇ ਚਾਹੀਦੇ ਆ। ਉਹ ਉਹਨਾਂ ਨੂੰ ਲਾਇਸੈਂਸ ਮਿਲਣਾ ਚਾਹੀਦਾ ਕਿ ਇਹ ਨਸ਼ਾ ਆਮ ਵੇਚ ਸਕਦੇ। ਜਿਵੇਂ ਚਾਹ ਪੱਤੀ ਲੈਂਦੇ ਆਪਾਂ, ਖੰਡ ਲੈਂਦੇ ਆ, ਇਹਦੀ ਕੋਈ ਪਕੜ ਨਹੀਂ ਹੋਣੀ ਚਾਹੀਦੀ। ਆਪੇ ਜਿੰਨੀਆਂ ਇਹ ਨਸ਼ੇ ਪਾਉਂਦੇ ਆ, ਜਵਾਨਾਂ ਮੁੰਡਿਆਂ ਦੇ, ਪੁਲਿਸ ਵਾਲੇ ਪਾਉਂਦੇ, ਪ੍ਰਸ਼ਾਸਨ ਪਾਉਂਦਾ, ਇਹ ਸਾਰੇ ਬੰਦ ਹੋ ਜਾਣਗੇ ਔਰ ਸਾਡੀ ਜਵਾਨੀ ਬਹੁਤ ਵਧੀਆ ਬਚ ਸਕਦੀ ਹੈ। ਨਹੀਂ, ਪ੍ਰਸ਼ਾਸਨ ਤਾਂ ਜਿਹੜੇ ਨਸ਼ੇ ਪਾਉਂਦਾ ਉਹ ਤੋਂ ਫੜੇ ਜਾਂਦੇ ਨੇ ਨਾ, ਬੇਸ਼ੱਕ ਸਿੰਥੈਟਿਕ ਡਰੱਗ ਨੇ, ਪਰ ਜੇ ਅਫੀਮ ਭੁੱਕੀ ਆਊਗੀ ਤਾਂ ਗੱਲ ਤਾਂ ਉਹ ਕਿ ਰਹਿਣਗੇ ਤਾਂ ਨਸ਼ੇੜੀ ਤੇ ਨਸ਼ੇੜੀ ਨਾ, ਸਿੰਥੈਟਿਕ ਚੋਂ ਨਿਕਲ ਕੇ ਦੂਜਿਆਂ ਤੇ ਲੱਗ ਜਾਣਗੇ। ਸਾਡਾ ਪੰਜਾਬ, ਪੂਰਾ ਹਿੰਦੁਸਤਾਨ ਖੁਸ਼ਹਾਲ ਹੋ ਜਾਏਗਾ। ਇਹ ਨਸ਼ਾ ਜਿੰਨੇ ਸਾਡੇ ਮਿਨਿਸਟਰ ਕਰਾਉਂਦੇ ਆ, ਵਿਦ ਮਿਲ ਕੇ ਕਰਾਉਂਦੇ, ਕੋਈ ਮਾੜੇ ਬੰਦੇ ਦਾ ਕੰਮ ਨਹੀਂ ਨਸ਼ਾ ਕਰਾਉਣਾ। ਮੈਂ ਫੌਜੀ ਆਦਮੀ ਆ, ਇੱਕ ਸਿੱਖ ਰੈਜੀਮੈਂਟ ਚੋਂ ਰਿਟਾਇਰਮੈਂਟ ਆਇਆ, ਮੈਨੂੰ ਪਤਾ ਬਾਰਡਰਾਂ ਦੇ ਕਿੱਦਾਂ ਕੰਮ ਹੁੰਦੇ ਆ। ਠੀਕ ਨਹੀਂ ਗੱਲ? ਆਪਾਂ ਸੱਚੇ ਦਿਲੋਂ ਸ਼ਹੀਦ ਭਗਤ ਸਿੰਘ ਨਗਰ ਤੋਂ ਆਏ ਹਾਂ, ਅਸੀਂ ਬੰਗਿਆਂ ਤੋਂ। ਉਹ ਮੈਂ ਕੈਪਟਨ ਅਮਰਿੰਦਰ ਨੂੰ ਸਪੈਸ਼ਲੀ ਅਪੀਲ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਛੋਟੇ ਕਿਸਾਨਾਂ ਨੂੰ ਇਹਦੀ ਖਸਖਾਸ ਦੀ ਖੇਤੀ ਬਜਾਈ ਜਾਵੇ, ਜੋ ਸਾਡਾ ਛੋਟਾ ਕਿਸਾਨ ਹੈ ਖੁਸ਼ਹਾਲ ਹੋ ਚੁੱਕੇ। ਪਰ ਜੇ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਤੇ ਐਮਐਸਪੀ ਦੇ ਕੇ ਬਦਲੇ ਵਿੱਚ ਫਸਲ ਦੇ ਚੱਕਰ ਹੋਰ ਹੋ ਸਕਦੇ ਆ ਕਿ ਦਾਲਾਂ ਤੇ ਖਰੀਦ ਗਰੰਟੀ ਮਿਲੇ,
ਸਬਜ਼ੀਆਂ ਤੇ ਐਮਐਸਪੀ ਮਿਲ ਕੇ ਹੋਵੇ ਤਾਂ ਉਸ ਤਰੀਕੇ ਨਾਲ ਕਿਸਾਨੀ ਨੂੰ ਕੋਆਪਰੇਟਿਵ ਦੇ ਜ਼ਰੀਏ ਬਾਹਰ ਨਹੀਂ ਕੱਢਿਆ ਜਾ ਸਕਦਾ ਆਰਥਿਕ ਤੌਰ ਤੇ। ਇਹ ਦੋਵੇਂ ਤਰੀਕੇ ਆ ਜੀ, ਇਹ ਵੀ ਤਰੀਕਾ ਠੀਕ ਹੈ। ਸਬਜ਼ੀਆਂ ਦਾ ਐਮਐਸਪੀ ਸਬਜ਼ੀਆਂ ਤੇ ਵੀ ਦਿੱਤੀ ਜਾਵੇ, ਹਰੇਕ ਚੀਜ਼ ਤੇ ਮੱਕੀ ਦੇ ਉੱਤੇ ਦਿੱਤੀ ਜਾਵੇ, ਸਰੋਂ ਦੇ ਉੱਤੇ ਫਿਕਸ ਕੀਤੀ ਜਾਵੇ, ਇਹ ਵੀ ਠੀਕ ਆ। ਪਰ ਥੋੜੀ ਜਿਹੜੀ ਖੇਤੀ ਹੈ ਨਾ ਖਸਕਾਸ ਦੀ, ਇਹ ਵੀ ਜ਼ਰੂਰੀ ਹੈ। ਕਿਉਂਕਿ ਜਿੱਦਾਂ ਮਹਾਰਾਸ਼ਟਰ 'ਚ ਹੁੰਦੀ ਹੈ, ਗੁਜਰਾਤ 'ਚ, ਰਾਜਸਥਾਨ 'ਚ ਹੁੰਦੀ ਹੈ, ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ, ਛੋਟੇ ਕਿਸਾਨਾਂ ਵਾਸਤੇ ਛੋਟੇ ਲਾਇਸੈਂਸ ਦਿੱਤੇ ਜਾਣ, ਜੋ ਗੌਰਮੈਂਟ ਉਹਨਾਂ ਨਾਲ ਕਨੈਕਟ ਕਰੇ, ਉੱਥੋਂ ਸਾਰਾ ਮਾਲ ਚੱਕੇ, ਠੀਕ ਹੈ ਜੀ। ਤੇ ਛੋਟੇ ਜਿੱਦਾਂ ਦਾਰੂ ਦੇ ਠੇਕੇ ਆ, ਸਾਡੇ ਪੰਜਾਬ 'ਚ ਵੀ ਮਾੜੇ ਮਾੜੇ ਫੀਮ ਭੁੱਕੀ ਦੇ ਠੇਕੇ ਜ਼ਰੂਰ ਬਣਨ। ਸੋ ਇਹ ਕਿਸਾਨ ਨੇ ਜਿਹੜੇ 3 ਖੇਤੀ ਕਾਨੂੰਨਾਂ ਦੇ ਵਿਰੁੱਧ ਲੜਾਈ ਤਾਂ ਲੜ ਰਹੇ ਨੇ, ਪਰ ਨਾਲੋਂ ਨਾਲ ਬਦਲਵੇਂ ਫਸਲੀ ਚੱਕਰ ਦੇ ਵਿੱਚ ਖਸਖਸ ਦੀ ਖੇਤੀ ਦੀ ਮੰਗ ਵੀ ਕਰ ਰਹੇ ਨੇ, ਸਬਜ਼ੀਆਂ ਦੀ ਕਾਸ਼ਤ ਦੀ ਮੰਗ ਵੀ ਕਰ ਰਹੇ ਨੇ। ਪਰ ਮਸਲਾ ਉਹੀ ਦਾ ਉਹੀ ਬਰਕਰਾਰ ਹੈ ਕਿ ਪੰਜਾਬ ਦੀ ਕਿਸਾਨੀ ਦੀ ਆਰਥਿਕਤਾ ਆਖਰਕਾਰ ਕਿਸ ਤਰ੍ਹਾਂ ਬਿਹਤਰ ਕੀਤੀ ਜਾਵੇ ਤੇ ਇਹਦੇ ਲਈ ਇੱਕ ਚੰਗੀ ਖੇਤੀ ਪਾਲਿਸੀ ਦੀ ਜ਼ਰੂਰਤ ਹੈ, ਜਿਹਦੇ ਨਾਲ ਛੋਟੀ ਕਿਸਾਨੀ ਨੂੰ ਜਿਹੜਾ ਬਚਾਇਆ ਜਾ ਸਕੇ। ਸੋ ਫਿਲਹਾਲ ਕਿਸਾਨੀ ਸੰਘਰਸ਼ ਜਾਰੀ ਹੈ, ਮੰਗਾਂ ਮਸਲੇ ਜਿਉਂ ਦੇ ਤਿਉਂ ਕਿਸਾਨਾਂ ਦੇ ਬਣੇ ਹੋਏ ਨੇ। ਇਹ ਕਦੋਂ ਹੱਲ ਹੁੰਦੇ ਨੇ, ਇਹ ਸਮਾਂ ਆਉਣ ਤੇ ਪਤਾ ਲੱਗੇਗਾ। ਕੈਮਰਾਮੈਨ ਜੋਬਨ ਦੇ ਨਾਲ ਅਰਸ਼ਦੀਪ ਸਿੰਘ, ਚੰਡੀਗੜ੍ਹ।